तो हाँ जी प्यारे विद्यार्थियों, NTSC ਦੀ ਤਿਆਰੀ ਕਰ ਰਹੇ ਸਾਰੇ ਬੱਚਿਆਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ। ਔਰ ਉਮੀਦ ਹੈ ਤੁਸੀਂ ਬਹੁਤ ਵਧੀਆ ਤਿਆਰੀ ਕਰ ਰਹੇ ਹੋਵੋਗੇ। ਇਸ ਪਾਠ ਵਿੱਚ ਪੁੱਤਰ ਜੀ ਆਪਾਂ NTSC ਜਿਹੜਾ ਟੈਸਟ ਤੁਹਾਡਾ 9 ਨਵੰਬਰ ਨੂੰ ਤੁਹਾਨੂੰ ਮਿਲਿਆ, ਠੀਕ ਹੈ, ਔਰ ਉਹਦੀ ਆਪਾਂ ਆਨਸਰ ਕੀ ਔਰ ਸਾਰੇ ਕੱਲਾ ਕੁਐਸਚਨ ਡਿਸਕਸ ਕਰਾਂਗੇ ਔਰ ਸੈਟ ਪਾਰਟ ਆਪਾਂ ਸੋਲਵ ਕਰਾਂਗੇ ਬੇਟਾ। ਇਹਦੇ ਵਿੱਚ ਸਬਜੈਕਟ ਸਕੋਲਸਟਿਕ ਐਪਟੀਚਿਊਡ ਟੈਸਟ ਤੁਹਾਡੇ ਤਿੰਨੋਂ ਵਿਸ਼ੇ SS ਸਾਇੰਸ ਅਤੇ ਮੈਥ ਇਹਦੇ ਨਾਲ ਰਿਲੇਟਡ 5 ਕੁਐਸਚਨ ਹੋਣਗੇ, ਠੀਕ ਹੈ। ਸੋ ਪਹਿਲਾ ਵਿਸ਼ਾ ਪੁੱਤਰ ਆਪਣੇ ਕੋਲ ਮਿਲਿਆ ਹੈ SS यानी कि ਸਮਾਜਿਕ ਸਿੱਖਿਆ ਵਿਸ਼ਾ ਪੁੱਤਰ ਆਪਾਂ ਨੂੰ ਮਿਲਿਆ ਹੈਗਾ। ਸਮਾਜਿਕ ਸਿੱਖਿਆ ਦਾ ਪਹਿਲਾ ਪ੍ਰਸ਼ਨ ਜਿਹੜਾ ਹੈ ਆਪਣੇ ਕੋਲ ਆਇਆ ਹੈ, ਫਰਾਂਸ ਦੇ ਵਿੱਚ ਤੀਜੇ ਵਰਗ ਵਿੱਚ ਕਿਹੜੇ ਸ਼ਾਮਲ ਇਹਨਾਂ ਵਿੱਚੋਂ ਕਿਸਾਨ, ਨੌਕਰ ਅਤੇ ਵਪਾਰੀ ਤਿੰਨਾਂ ਵਿੱਚੋਂ ਕਿਹੜੇ ਸ਼ਾਮਿਲ ਹਨ ਤੀਜੇ ਵਰਗ ਦੇ ਵਿੱਚ ਫਰਾਂਸ ਦੇ ਵਿੱਚ, ਠੀਕ ਹੈ। ਤਾਂ ਇਹਨਾਂ ਵਿੱਚੋਂ ਕਿਸਾਨ ਅਤੇ ਨੌਕਰ ਜਿਹੜੇ ਤੀਜੇ ਵਰਗ ਦੇ ਵਿੱਚ ਸ਼ਾਮਿਲ ਕੀਤੇ ਜਾਂਦੇ ਹੈਗੇ। ਇਟ ਮੀਨਸ ਪਹਿਲਾ ਅਤੇ ਦੂਜਾ ਆਪਸ਼ਨ ਰਾਈਟ ਹੋਏਗਾ, ਫਸਟ ਐਂਡ ਸੈਕਿੰਡ ਯਾਨੀ ਕਿ ਆਪਸ਼ਨ A। ਸੈਕਿੰਡ, ਆਇਡੈਂਟੀਫਾਈ ਦਾ ਟਰੂ। ਹਾਂਜੀ, ਪਹਿਲਾ ਤੁਹਾਨੂੰ ਦਿੱਤਾ ਉਹਨੇ ਆਪਸ਼ਨ, ਕਹਿੰਦਾ ਹੇਠ ਲਿਖਿਆਂ ਵਿੱਚੋਂ ਗਲਤ ਵਾਕ ਦੀ ਪਛਾਣ ਕਰਨੀ, ਵੀ ਕਿਹੜਾ ਗਲਤ ਵਾਕ ਹੈ। ਹਾਂਜੀ, ਕਿਹੜਾ ਗਲਤ ਹੈ ਇਹਨਾਂ ਚੋਂ ਵੀ। ਪਹਿਲਾ ਉਹਨੇ ਕਿਹਾ ਕਿ ਇੰਡੀਆਜ਼ ਸੁੰਦਰਬਨ ਡੈਲਟਾ ਇਜ਼ ਦਾ ਬਿਗੇਸਟ ਡੈਲਟਾ ਆਫ ਦਾ ਵਰਲਡ। ਭਾਰਤ ਦਾ ਜਿਹੜਾ ਸੁੰਦਰਬਨ ਡੈਲਟਾ ਹੈ ਸੰਸਾਰ ਦਾ ਸਭ ਤੋਂ ਵੱਡਾ ਡੈਲਟਾ ਹੈ, ਔਰ ਕਰੈਕਟ ਹੈ ਬੇਟਾ, ਸਹੀ ਹੈ ਇਹ ਗੱਲ, ਠੀਕ ਹੈ, ਔਰ ਵਾਕਈ ਸਹੀ ਹੈ। ਔਰ ਸੈਕਿੰਡ ਆਪਸ਼ਨ ਲਿਖਿਆ ਉਹਨੇ, ਘੱਗਰ ਦਰਿਆ ਕਦੇ ਸਰਸਵਤੀ ਦੀ ਸਹਾਇਕ ਨਦੀ ਸੀ। ਘੱਗਰ ਰਿਵਰ ਵਾਜ਼ ਵਨਸ ਟ੍ਰਿਬਿਊਟਰੀ ਆਫ ਸਰਸਵਤੀ। ਇਹ ਵੀ ਜਿਹੜੀ ਹੈ ਲਾਈਨ ਸਹੀ ਹੈ। ਸੋ ਪਹਿਲਾਂ ਵੀ ਸਰਸਵਤੀ ਦਾ ਇਹ ਜਿਹੜਾ ਹੈਗਾ ਸਹਾਇਕ ਨਦੀ ਰਹੀ ਹੈ। ਸੋ ਇਹਨਾਂ ਵਿੱਚੋਂ ਗਲਤ ਜਿਹੜਾ ਆਪਸ਼ਨ ਫਿਰ ਕੋਈ ਨਹੀਂ ਹੈ, ਦੋਨੋਂ ਆਪਸ਼ਨ ਸਹੀ ਹੈਗੇ। ਤਾਂ ਆਪਾਂ ਰਾਈਟ ਆਪਸ਼ਨ ਕੀ ਦੇਵਾਂਗੇ, ਨਨ ਆਫ ਦੀਜ਼। ਇਹਨਾਂ ਵਿੱਚੋਂ ਕੋਈ ਵੀ ਗਲਤ ਨਹੀਂ ਹੈ। ਸੈਕਿੰਡ ਬਈ ਸਵਾਲ ਕੁਐਸਚਨ ਨੰਬਰ 3, ਗਲਤ ਮਿਲਾਣ ਦੀ ਪਹਿਚਾਣ ਕਰੋ। ਤਾਂ ਤੁਹਾਨੂੰ ਇਹਦੇ ਵਿੱਚ ਟੇਬਲ ਦੇ ਵਿੱਚ ਦਿੱਤੀ ਗਈ ਹੈ ਪੁੱਤਰ ਜੀ ਪਾਪੂਲੇਸ਼ਨ ਡੈਂਸਿਟੀ, ਯਾਨੀ ਕਿ ਜਨਸੰਖਿਆ ਘਣਤਾ। ਜਨਸੰਖਿਆ ਘਣਤਾ ਦਾ ਮਤਲਬ ਹੁੰਦਾ ਹੈ ਕਿ ਪਰ ਸਕੁਅਰ ਕਿਲੋਮੀਟਰ ਦੇ ਵਿੱਚ 1 ਕਿਲੋਮੀਟਰ ਜਗ੍ਹਾ ਆਪਾਂ ਲੰਬਾਈ ਲੈ ਲਓ, 1 ਕਿਲੋਮੀਟਰ ਚੌੜਾਈ ਲੈ ਲਓ, ਤਾਂ ਜਿਹੜਾ 1 ਸਕੁਅਰ ਕਿਲੋਮੀਟਰ ਜਗ੍ਹਾ ਬਣ ਗਈ ਉਹਦੇ ਵਿੱਚ ਕਿੰਨੇ ਲੋਕ ਰਹਿੰਦੇ ਹੈਗੇ ਆ, ਠੀਕ ਹੈ, ਉਹ ਲਿਖਿਆ ਗਿਆ ਤੁਹਾਨੂੰ। ਤਾਂ ਕਿਹੜਾ ਇਹਨਾਂ ਚੋਂ ਸਹੀ ਹੈ, ਇਹਨਾਂ ਚੋਂ ਗਲਤ ਕਿਹੜਾ ਹੈ, ਠੀਕ ਹੈ। ਨਾਗਾਲੈਂਡ ਦੀ ਵਸੋਂ ਘਣਤਾ ਕਹਿੰਦਾ 119 ਲੋਕ ਰਹਿੰਦੇ ਆ, ਬਿਹਾਰ ਦੇ ਵਿੱਚ 450, ਅਰੁਣਾਚਲ ਪ੍ਰਦੇਸ਼ 17 ਅਤੇ ਪੰਜਾਬ 'ਚ 550। ਤਾਂ ਇੱਥੇ ਤੁਸੀਂ ਜਿਹੜਾ ਹੈਗਾ ਅੰਦਾਜ਼ਾ ਇਹ ਲਾ ਸਕਦੇ ਆ, ਕਿਉਂਕਿ ਬਿਹਾਰ ਜਿਹੜਾ ਹੈਗਾ ਪੰਜਾਬ ਨਾਲੋਂ ਦੇਖੋ ਕਿੰਨਾ ਵੱਡਾ ਹੈਗਾ। ਪੰਜਾਬ ਠੀਕ ਹੈ ਇੱਕ ਰਾਜ ਹੈ, ਤਾਂ ਬਿਹਾਰ ਇੱਕ ਸਟੇਟ ਹੈ ਪੂਰੀ, ਠੀਕ ਹੈ, ਆਪਣੇ ਕੋਲ। ਤਾਂ ਬਿਹਾਰ ਵੱਡਾ ਹੈਗਾ ਵੈਸੇ ਵੀ, ਤਾਂ ਉਹਦੀ ਜਿਹੜੀ ਵਸੋਂ ਘਣਤਾ ਪੰਜਾਬ ਨਾਲੋਂ ਤਾਂ ਵੱਧ ਹੀ ਹੋਏਗੀ, ਇਹ ਘੱਟ ਲਿਖੀ ਹੋਈ ਹੈ। ਤਾਂ ਇਹਦੀ ਬਿਹਾਰ ਦੀ ਜਿਹੜੀ ਵਸੋਂ ਘਣਤਾ ਲਗਭਗ 1100 ਦੇ ਨਜ਼ਦੀਕ ਹੈਗੀ ਹੈ, ਤੁਸੀਂ ਕਿਤਾਬ ਦੇ ਵਿੱਚੋਂ ਪੜ੍ਹਨਾ ਹੈਗਾ, ਠੀਕ ਹੈ। ਤਾਂ ਇੱਥੇ ਗਲਤ ਮਿਲਾਨ ਕਿਹੜਾ ਹੈ, ਬਿਹਾਰ ਵਾਲਾ ਆਪਸ਼ਨ ਜਿਹੜਾ ਹੈਗਾ ਗਲਤ ਹੋਏਗਾ, ਠੀਕ ਹੈ। ਇੱਥੇ ਆਪਸ਼ਨ ਬਿਹਾਰ ਯਾਨੀ ਕਿ 450 ਵਾਲਾ ਆਪਸ਼ਨ ਗਲਤ ਹੈ ਇੱਥੇ, ਠੀਕ ਹੈ। ਨੈਕਸਟ, ਹੂ ਵਾਜ਼ ਦਾ ਲੀਡਰ ਆਫ ਦਾ ਬੋਲਸ਼ੇਵਿਕ ਪਾਰਟੀ। ਬੋਲਸ਼ੇਵਿਕ ਪਾਰਟੀ ਦਾ ਆਗੂ ਕੌਣ ਸੀ ਇਹਨਾਂ ਵਿੱਚੋਂ। ਤਾਂ ਰੂਸ ਦੇ ਵਿੱਚ ਸੀ ਬੋਲਸ਼ੇਵਿਕ ਪਾਰਟੀ ਬੇਟਾ ਜੀ, ਜਦੋਂ ਰੂਸ ਦੀ ਕ੍ਰਾਂਤੀ ਦੇ ਵਿੱਚ ਜਿਹੜਾ ਹੈਗਾ ਲੀਡਰ ਸੀਗਾ, ਠੀਕ ਹੈ, ਤਾਂ ਉਹ ਸੀ ਆਪਣੇ ਵਲਾਦੀਮੀਰ ਲੈਨਨ, ਜਿਨ੍ਹਾਂ ਨੇ ਇਸ ਨੂੰ ਲੀਡ ਕੀਤਾ ਸੀਗਾ ਬੋਲਸ਼ੇਵਿਕ ਪਾਰਟੀ ਨੂੰ, ਠੀਕ ਹੈ। ਆਪਸ਼ਨ C ਕਰੈਕਟ ਆਨਸਰ ਹੈ ਜਿਹਦਾ। ਹਾਂਜੀ, ਕੁਐਸਚਨ ਨੰਬਰ 5, ਆਇਡੈਂਟੀਫਾਈ ਦਾ ਡਾਰਕ ਰੀਜਨ ਇਨ ਦਾ ਮੈਪ। ਨਕਸ਼ੇ ਨੂੰ ਦੇਖਣਾ ਤੁਸੀਂ, ਨਕਸ਼ੇ ਦੇ ਇਕੱਲੇ ਭਾਗ ਨੂੰ ਤੁਹਾਨੂੰ ਪਛਾਣ ਹੋਣੀ ਚਾਹੀਦੀ ਹੈਗੀ ਆ। ਇਹਦੇ ਵਿੱਚ ਜਿਹੜਾ ਭਾਗ ਰੰਗ ਕੀਤਾ ਗਿਆ ਨਕਸ਼ੇ ਦਾ, ਇਹ ਕਿਹੜਾ ਭਾਗ ਹੈ। 4 ਆਪਸ਼ਨ ਤੁਸੀਂ ਦੇਖਣੇ ਹੈਗੇ ਆ। ਇਹ ਕੀ ਇਹ ਹਿਮਾਲਿਆ ਹੈਗੇ ਆ, ਕੀ ਇਹ ਵੈਸਟਰਨ ਘਾਟ ਹੈਗੇ ਆ, ਪੱਛਮੀ ਘਾਟ ਆ, ਜਾਂ ਪੂਰਬੀ ਘਾਟ ਆ, ਜਾਂ ਉੱਤਰੀ ਮੈਦਾਨ ਆ। ਤਾਂ ਇਹਨੇ ਪੁੱਛਿਆ ਕੀ ਸੀਗਾ, ਜਿੱਥੇ ਗਰਮੀਆਂ ਵਿੱਚ ਮੌਨਸੂਨ ਸਭ ਤੋਂ ਪਹਿਲਾਂ ਪਹੁੰਚਦੇ ਹਨ। ਤਾਂ ਇਹ ਵਾਲਾ ਏਰੀਆ ਹੈ, ਇਸ ਏਰੀਏ ਨੂੰ ਕੀ ਕਹਿੰਦੇ ਹੈਗੇ ਆਪਾਂ। ਤਾਂ ਤੁਸੀਂ ਦਿਸ਼ਾ ਦੇ ਹਿਸਾਬ ਨਾਲ ਵੀ ਦੇਖ ਸਕਦੇ ਆ, ਇਹਨਾਂ ਨੂੰ ਬੋਲਦੇ ਹੈਗੇ ਆ ਵੈਸਟਰਨ ਘਾਟਸ, ਯਾਨੀ ਪੱਛਮੀ ਘਾਟ ਹੈਗੇ ਆ, ਠੀਕ ਹੈ। ਅਤੇ ਨੈਕਸਟ ਸਵਾਲ ਨੰਬਰ 6 ਸੀਗਾ ਆਪਣੇ ਕੋਲ, ਆ ਜਾਓ ਸਾਇੰਸ ਦੇ। ਵਟ ਇਜ਼ ਦਾ ਐਨਰਜੀ ਇਕੁਇਲੈਂਟ ਟੂ 1 ਐਟਮਿਕ ਮਾਸ ਯੂਨਿਟ। ਇੱਕ ਪਰਮਾਣੂ ਪੁੰਜ ਇਕਾਈ ਦੀ ਊਰਜਾ ਕਿਸ ਦੇ ਬਰਾਬਰ ਹੁੰਦੀ ਹੈ। ਤਾਂ ਇਹ ਬਰਾਬਰ ਹੁੰਦੀ ਬੇਟਾ ਜੀ 931 ਮਿਲੀਅਨ ਇਲੈਕਟ੍ਰੋਨ ਵੋਲਟ, ਠੀਕ ਹੈ। ਗੁਣਾ 10 ਦੀ ਪਾਵਰ 6 ਲਿਖਿਆ ਹੁੰਦਾ ਇੱਥੇ, ਮਿਲੀਅਨ ਇਲੈਕਟ੍ਰੋਨ ਵੋਲਟ ਇਹਦੀ ਇਕਾਈ ਹੈ, ਠੀਕ ਹੈ। ਤਾਂ ਇਹ ਇਸ ਦੇ ਬਰਾਬਰ ਹੈ। 7ਵਾਂ ਸਵਾਲ ਆਪਣੇ ਕੋਲ ਹੈ, ਮੈਗਨੀਫਿਕੇਸ਼ਨ ਪ੍ਰੋਡਿਊਸਡ ਬਾਈ ਅ ਰੀਅਰ ਵਿਊ ਮਿਰਰ ਫਿਟਡ ਇਨ ਦਾ ਵਹੀਕਲਸ। ਮਤਲਬ ਵਾਹਨਾਂ ਵਿੱਚ ਫਿੱਟ ਹੋਏ ਰੀਅਰ ਵਿਊ ਸ਼ੀਸ਼ੇ ਦੁਆਰਾ ਕਿੰਨੀ ਮੈਗਨੀਫਿਕੇਸ਼ਨ ਪੈਦਾ ਕੀਤੀ ਜਾਂਦੀ ਹੈ। ਤੁਸੀਂ ਦੇਖੋਗੇ ਇਹਦੇ ਵਿੱਚ ਜਿਹੜਾ ਹੈਗਾ ਤੁਹਾਡੀ ਇਮੇਜ ਛੋਟੀ ਬਣਦੀ ਹੈ, ਤਾਂ ਇੱਥੇ ਹਮੇਸ਼ਾ ਜਿਹੜੀ ਹੈਗੀ ਹੈ ਮੈਗਨੀਫਿਕੇਸ਼ਨ 1 ਤੋਂ ਘੱਟ ਹੁੰਦੀ ਹੈ, ਇਜ਼ ਲੈਸ ਦੈਨ 1, ਠੀਕ ਹੈ। ਤਾਂ ਸਵਾਲ ਨੰਬਰ 8 ਮਿੱਤਰ ਜੀ, ਡਾਈਜੈਸ਼ਨ ਆਫ ਫੂਡ ਇਨ ਦਾ ਬਾਡੀ ਇਜ਼ ਐਨ ਐਗਜ਼ਾਮਪਲ ਆਫ। ਸਰੀਰ ਵਿੱਚ ਪਾਚਨ ਕਿਰਿਆ ਹੇਠ ਲਿਖਿਆਂ ਵਿੱਚੋਂ ਕਿਸ ਦੀ ਉਦਾਹਰਣ ਹੈ। ਇਜ਼ ਇਟ ਐਗਜ਼ਾਮਪਲ ਆਫ ਡਿਸਪਲੇਸਮੈਂਟ ਰਿਐਕਸ਼ਨ, ਵਿਸਥਾਪਨ ਕਿਰਿਆ ਦੀ,
ਸੰਯੋਜਨ ਕਿਰਿਆ ਦੀ, ਅਪਘਟਨ ਕਿਰਿਆ ਦੀ ਜਾਂ ਫਿਰ ਰਿਡੌਕਸ ਕਿਰਿਆ ਦੀ। ਤਾਂ ਇਹ ਬੇਟਾ ਇੱਕ ਡੀਕੰਪੋਜੀਸ਼ਨ ਰਿਐਕਸ਼ਨ ਹੁੰਦੀ ਹੈਗੀ ਆ, ਅਪਘਟਨ ਕਿਰਿਆ। ਆਪਸ਼ਨ ਸੀ ਰਾਈਟ ਆਨਸਰ ਹੈ ਬੇਟਾ ਇਹਦਾ। ਸਵਾਲ ਨੰਬਰ 9, ਵੈਨ corrosion of copper occurs, ਕਹਿੰਦਾ ਜਦੋਂ ਕਾਪਰ ਦਾ ਖੋਰਨ ਹੁੰਦਾ ਹੈ ਤਾਂ ਉਸ ਉੱਤੇ ਡੈਸ਼ ਰੰਗ ਦੀ ਪਰਤ ਚੜ੍ਹ ਜਾਂਦੀ ਹੈ। ਤਾਂ ਇਹ ਗ੍ਰੀਨ ਰੰਗ ਦੀ ਪਰਤ ਚੜ੍ਹਦੀ ਹੁੰਦੀ ਪੁੱਤਰ ਜੀ, ਆਪਣੇ ਕੋਲ ਗ੍ਰੀਨ ਵਾਲੇ ਆਪਸ਼ਨ ਦੋ ਹੈਗੇ, ਠੀਕ ਹੈ, ਪਹਿਲਾ ਜਾਂ ਤੀਜਾ। ਨੈਕਸਟ ਬਣਦਾ ਕੀ ਹੈ, ਇਹ ਪਰਤ ਡੈਸ਼ ਯੌਗਿਕ ਦੀ ਹੁੰਦੀ ਹੈ। ਕਿਹੜੇ ਯੌਗਿਕ ਦੀ ਬਣਦੀ ਹੈ ਪਰਤ ਵੀ ਆਪਣੇ ਕੋਲ? ਇਹ ਬਣਦੀ ਹੈ ਕਾਪਰ ਕਾਰਬੋਨੇਟ ਦੀ ਜਾਂ ਫਿਰ ਕਾਪਰ ਬਾਈਕਾਰਬੋਨੇਟ ਦੀ। ਤਾਂ ਇਹ ਜਿਹੜਾ ਹੈਗਾ ਆਪਣੇ ਕੋਲ ਬੇਸਿਕ ਕਾਪਰ ਕਾਰਬੋਨੇਟ, ਫਸਟ ਆਪਸ਼ਨ ਕਰੈਕਟ ਬਣਦਾ ਹੈਗਾ, ਠੀਕ ਹੈ। ਨੈਕਸਟ ਸਵਾਲ ਨੰਬਰ 10, ਦ ਫੋਕਲ ਲੈਂਥ ਆਫ ਕਨਕੇਵ ਮਿਰਰ ਇਜ਼ 50 centimeter. To obtain an inverted image 2 times the size of the object should be placed at, ਕਿੱਥੇ ਰੱਖਣਾ ਚਾਹੀਦਾ ਆਬਜੈਕਟ ਨੂੰ, ਠੀਕ ਹੈ। ਇੱਕ ਅਵਤਲ ਦਰਪਣ ਦੀ ਫੋਕਸ ਦੂਰੀ 50 ਸੈਂਟੀਮੀਟਰ ਹੈ। ਵਸਤੂ ਦੇ ਆਕਾਰ ਤੋਂ 2 ਗੁਣਾ ਅਤੇ ਪੁੱਠਾ ਪ੍ਰਤੀਬਿੰਬ ਪ੍ਰਾਪਤ ਕਰਨ ਲਈ ਵਸਤੂ ਕਿੱਥੇ ਹੋਣੀ ਚਾਹੀਦੀ ਹੈ, ਠੀਕ ਹੈ। ਇਹਦੇ ਵਾਸਤੇ ਤੁਸੀਂ ਮਿਰਰ ਫਾਰਮੂਲਾ ਜਿਹੜਾ ਯੂਜ਼ ਕਰਨਾ ਪੁੱਤਰ ਜੀ, ਮਿਰਰ ਫਾਰਮੂਲਾ ਤੁਸੀਂ ਪੜ੍ਹਿਆ ਹੈਗਾ, ਠੀਕ ਹੈ, ਤੁਹਾਡੇ ਸਾਹਮਣੇ ਡਿਸਪਲੇ ਕੀਤਾ ਜਾ ਰਿਹਾ ਮਿਰਰ ਫਾਰਮੂਲਾ, ਠੀਕ ਹੈ। ਇਹਨੂੰ ਸੋਲਵ ਕਰਕੇ ਦੇਖੋਗੇ ਸਵਾਲ ਤੁਹਾਡੇ ਕੋਲ ਕਿੰਨਾ ਆਨਸਰ ਆਏਗਾ ਇਹਦਾ। ਫਾਰਮੂਲੇ ਦੀ ਹੈਲਪ ਨਾਲ ਤੁਹਾਡੇ ਕੋਲ ਆ ਜਾਏਗਾ ਇਹ 75 ਸੈਂਟੀਮੀਟਰ। ਫਾਰਮੂਲਾ ਤੁਹਾਡੇ ਸਾਹਮਣੇ ਡਿਸਪਲੇ ਹੈ, ਠੀਕ ਹੈ। ਇਹ ਵਾਲਾ ਫਾਰਮੂਲੇ ਨਾਲ ਤੁਸੀਂ ਜਿਹੜਾ ਹੈਗਾ ਇਹ ਸੋਲਵ ਕਰਨਾ ਹੈਗਾ ਮਿਰਰ ਫਾਰਮੂਲਾ, ਠੀਕ ਹੈ। ਤਾਂ ਆਨਸਰ ਕਿੰਨਾ ਆਏਗਾ 75 ਸੈਂਟੀਮੀਟਰ 'ਤੇ ਰੱਖਣੀ ਪੈਗੀ ਵਸਤੂ, ਠੀਕ ਹੈ। ਨੈਕਸਟ ਸਵਾਲ ਨੰਬਰ 11 ਪੁੱਤਰ ਆਪਣੇ ਕੋਲ ਆ ਜਾਓ, ਮੈਥ ਦੇ ਸਵਾਲ ਆ ਗਏ। ਇਫ ਦ ਰੂਟਸ ਆਫ ਕੁਆਡਰੈਟਿਕ ਇਕੁਏਸ਼ਨ ਆਰ ਇਕੁਅਲ ਦੈਨ ਫਾਈਂਡ ਦ ਵੈਲਿਊ ਆਫ 2a। ਵੈਰੀ ਇੰਪੋਰਟੈਂਟ ਸਵਾਲ ਆ ਇਹ। ਸਵਾਲ ਤੁਹਾਨੂੰ NTSC 'ਚ ਵੀ ਔਰ ਤੁਹਾਡੇ ਪੈਸ ਵਾਲਾ ਜਿਹੜਾ ਐਗਜ਼ਾਮ ਹੋਣ ਵਾਲਾ ਉਹਦੇ ਵਿੱਚ ਵੀ ਜਿਹੜਾ ਹੈਗਾ ਸਵਾਲ ਪੁੱਛਿਆ ਜਾਣਾ ਹੈਗਾ ਪੁੱਤਰ ਜੀ, ਵੈਰੀ ਇੰਪੋਰਟੈਂਟ ਹੈਗਾ। ਔਰ ਜ਼ਰੂਰ ਇਹਨੂੰ ਜਦੋਂ ਤੁਸੀਂ ਸੋਲਵ ਕਰਨਾ ਹੈਗਾ। ਔਰ ਇਹਦਾ ਮੈਥਡ ਕੀ ਹੈ, ਮੂਲ ਸਮਾਨ ਵਾਲਾ ਸਵਾਲ ਜਿਹੜਾ ਹੈਗਾ ਬਹੁਤ ਹੀ ਇੰਪੋਰਟੈਂਟ ਸਵਾਲ ਹੈਗਾ। ਔਰ ਇਹਨੂੰ ਆਪਾਂ ਡੀ ਵਾਲੇ ਫਾਰਮੂਲੇ ਨਾਲ ਸੋਲਵ ਕਰਦੇ ਹੁੰਦੇ ਹਾਂ। ਜਦੋਂ ਸਮੀਕਰਨ ਦੇ ਮੂਲ ਬਰਾਬਰ ਹੋਣ ਉਦੋਂ ਜਿਹੜਾ ਹੈਗਾ ਆਪਣੇ ਕੋਲ ਪਤਾ ਹੈ ਕਿ ਡੀ ਦਾ ਮੁੱਲ ਕਿੰਨਾ ਹੁੰਦਾ ਹੈ, 0 ਹੁੰਦਾ ਹੈ। ਮਤਲਬ ਡਿਸਕ੍ਰਿਮੀਨੈਂਟ ਕਿੰਨਾ ਹੁੰਦਾ ਹੈ, 0, ਠੀਕ ਹੈ, 0। ਠੀਕ, ਤਾਂ ਡੀ ਦਾ ਫਾਰਮੂਲਾ ਅਪਲਾਈ ਕਰ ਲਓ। ਡੀ ਦਾ ਫਾਰਮੂਲਾ ਕੀ ਹੁੰਦਾ ਤੁਹਾਨੂੰ ਪਤਾ, b² - 4ac ਹੁੰਦਾ। ਇਹਦਾ ਇੱਥੇ b ਕਿੰਨਾ ਹੈਗਾ ਆਪਣੇ ਕੋਲ ਮਾਈਨਸ ਦਾ 6, ਇਟ ਮੀਨਸ ਮਾਈਨਸ ਦੇ 6 ਸਕੁਆਇਰ ਆ ਗਿਆ, ਠੀਕ ਹੈ। ਇੱਥੇ -4 × a ਕਿੰਨਾ ਹੈਗਾ ਇੱਥੇ a ਹੀ ਹੈਗਾ, ਅਤੇ c ਥਾਂ 'ਤੇ ਕਿੰਨਾ ਹੈਗਾ ਇੱਥੇ 3। ਤਾਂ ਕਿੰਨਾ ਬਣ ਗਿਆ ਛਿਕਮ 36 -4 × 12a ਬਰਾਬਰ ਰੱਖ ਦਿਓ ਇਹਨੂੰ ਜੀ 0 ਦੇ। ਤਾਂ ਜਦੋਂ ਤੁਸੀਂ ਸੋਲਵ ਕਰੋਗੇ ਇਹਨੂੰ 12 ਇਹਨੂੰ ਉੱਧਰ ਜਾ ਕੇ ਪਲੱਸ ਹੋ ਜਾਏਗਾ, 12 ਨੂੰ ਡਿਵਾਈਡ ਕਰਾਂਗੇ 36 ਨੂੰ ਤਾਂ ਕਿੰਨਾ ਆ ਜਾਏਗਾ 3। ਇਹਦਾ ਮੁੱਲ ਕਿੰਨਾ ਆ ਜਾਏਗਾ ਬੇਟਾ 3। ਤਾਂ a = 3 ਬਣ ਗਿਆ। ਹੁਣ ਉਹਨੇ a ਨਹੀਂ ਪੁੱਛਿਆ ਹੈਗਾ, ਉਹਨੇ ਪੁੱਛਿਆ ਹੈਗਾ ਤਾਂ 2a ਦਾ ਮੁੱਲ ਕਿੰਨਾ ਆਏਗਾ, 2a ਜਿੰਨਾ a ਦਾ ਮੁੱਲ ਆਇਆ ਤੁਸੀਂ ਉਹਨੂੰ ਦੁਗਣਾ ਗੁਣਾ ਕਰ ਦਿਓ। ਇਹਦਾ ਮੁੱਲ 3 ਆਇਆ ਤਾਂ 3 ਦੂਣਾ ਕਿੰਨਾ ਬਣ ਜਾਏਗਾ 6। ਗਲਤੀ ਨਹੀਂ ਕਰਨੀ, ਠੀਕ ਹੈ ਬੇਟਾ। ਇੱਥੇ ਸਵਾਲ ਨੂੰ ਧਿਆਨ ਨਾਲ ਪੜ੍ਹਨਾ ਔਰ ਉਹੀ ਆਨਸਰ ਦੇਣਾ ਆਪਾਂ। 6 ਆਨਸਰ ਆਏਗਾ 2a ਦਾ ਮੁੱਲ, ਠੀਕ ਹੈ। ਇੱਥੇ ਨੈਕਸਟ ਇੰਪੋਰਟੈਂਟ ਸਵਾਲ ਹੈ, ਨੋਟ ਕਰ ਲੈਣਾ ਪੁੱਤਰ ਜੀ। ਸਵਾਲ ਨੰਬਰ 12, ਇੱਕ ਸਮਦੋਭੁਜੀ ਤ੍ਰਿਭੁਜ ਵਿੱਚ ਜੇਕਰ ਸਿਖਰ ਕੋਣ ਬਾਕੀ ਦੋ ਕੋਣਾਂ ਦੇ ਜੋੜ ਦਾ ਦੁੱਗਣਾ ਹੈ ਤਾਂ ਸਿਖਰ ਕੋਣ ਪਤਾ ਕਰੋ, ਠੀਕ ਹੈ। ਸਵਾਲ ਨੂੰ ਥੋੜ੍ਹਾ ਧਿਆਨ ਨਾਲ ਸਮਝੋ। ਦੇਖੋ ਕੀ ਕਹਿੰਦਾ, ਇੱਕ ਸਮਦੋਭੁਜੀ ਤ੍ਰਿਕੋਣ ਆਪਣੇ ਕੋਲ ਕੀ ਹੈ, ਇੱਕ ਸਮਦੋਭੁਜੀ ਤ੍ਰਿਕੋਣ ਹੈ ਜਿਸ ਦੇ ਵਿੱਚ ਦੋਨੋਂ ਭੁਜਾਵਾਂ ਬਰਾਬਰ ਹੈਗੀਆਂ। ਇਹ ਬਰਾਬਰ ਹੋਣਗੀਆਂ ਤਾਂ ਦੋਨੋਂ ਕੋਣ ਵੀ ਬਰਾਬਰ ਹੋਣਗੇ, ਸਨਮੁਖ ਕੋਣ, ਠੀਕ ਹੈ। ਸਿਖਰ ਵਾਲਾ ਕੋਣ ਕਿਹੜਾ ਬਣ ਗਿਆ, ਇਹ ਵਾਲਾ ਆਪਣੇ ਕੋਲ। ਕਹਿੰਦਾ ਸਿਖਰ ਕੋਣ ਬਾਕੀ ਦੋ ਕੋਣਾਂ ਦੇ ਜੋੜ ਤੋਂ, ਇਹ ਦੋਨੇ ਕੋਣ ਬਰਾਬਰ ਆ, ਦੋਨਾਂ ਦਾ ਮਾਪ ਆਪਾਂ x ਲੈ ਲਿਆ, ਇਹ ਵੀ x ਹੈਗਾ, ਇਹ ਵੀ x ਬਣ ਗਿਆ। ਹੁਣ ਸਿਖਰ ਕੋਣ ਕਿੰਨਾ ਹੈ, ਦੋਨਾਂ ਕੋਣਾਂ ਦੇ ਜੋੜ ਦਾ ਦੁੱਗਣਾ ਹੈ। ਜੋੜ ਕਰਕੇ ਕਿੰਨਾ ਬਣ ਗਿਆ 1x ਅਤੇ 1x 2x ਬਣ ਗਿਆ। ਤਾਂ 2x ਦਾ ਦੁੱਗਣਾ ਕਿੰਨਾ ਬਣ ਗਿਆ 4x। ਤਾਂ ਇਹ ਵਾਲਾ ਕੋਣ ਕਿੰਨਾ ਹੋਊਗਾ 4x ਹੋਊਗਾ, ਜੋੜ ਦਾ ਦੁੱਗਣਾ, ਠੀਕ ਹੈ। ਤਾਂ ਸਿਖਰ ਕੋਣ ਕਿੰਨਾ ਹੋਏਗਾ ਦੱਸੋ। ਆਪਾਂ ਨੂੰ ਪਤਾ ਤਿੰਨਾਂ ਕੋਣਾਂ ਜੋੜ ਕਿੰਨਾ ਹੁੰਦਾ 180 ਹੁੰਦਾ। ਤੇ ਇਹਨਾਂ ਨੂੰ ਜੋੜ ਲਓ, 4 1 5 ਤੇ 6x ਬਣ ਗਿਆ ਇਹ। ਤਾਂ 6x ਦਾ ਜੋੜ ਕਿੰਨਾ ਹੋਣਾ ਚਾਹੀਦਾ 180 ਹੋਣਾ ਚਾਹੀਦਾ ਆਪਣੇ ਕੋਲ। ਤਾਂ x ਦਾ ਮੁੱਲ ਕਿੰਨਾ ਆ ਜਾਏਗਾ ਬੇਟਾ ਆਪਣੇ ਕੋਲ 6 ਨਾਲ ਡਿਵਾਈਡ ਕਰ ਦਿਓ, ਕਿੰਨਾ ਆ ਜਾਏਗਾ 30 ਡਿਗਰੀ। x ਦਾ ਮੁੱਲ ਕਿੰਨਾ ਆ ਗਿਆ 30 ਡਿਗਰੀ ਆ ਗਿਆ। ਤਾਂ 4x ਦਾ ਮੁੱਲ ਕਿੰਨਾ ਹੋਏਗਾ 4 × 30, 30 ਚੌਕਾ ਕਿੰਨੇ ਬਣ ਜਾਣਗੇ 120। ਤਾਂ ਰਾਈਟ ਆਪਸ਼ਨ ਸੀ ਬਣ ਜਾਏਗਾ ਬੇਟਾ ਆਪਣੇ ਕੋਲ। ਸਿਖਰ ਵਾਲਾ ਕੋਣ 120 ਦਾ ਹੋਏਗਾ ਅਤੇ ਦੋਨੇ ਕੋਣ ਕਿੰਨੇ ਕਿੰਨੇ ਰਹਿ ਗਏ 30 ਡਿਗਰੀ ਦੇ ਬਣ ਰਹਿ ਜਾਣਗੇ। ਸਮਝ ਲੱਗੀ। ਹਾਂਜੀ ਸਵਾਲ ਨੰਬਰ 13 ਲਿਖਦਾ ਹੈ, ਜੇਕਰ AP ਅਤੇ BP ਸਮਾਂਤਰ ਚਤੁਰਭੁਜ ABCD ਦੇ ਕੋਣਾਂ A ਅਤੇ B ਨੂੰ ਸਮਦਭਾਜਿਤ ਕਰਦੇ ਹਨ ਤਾਂ ਕੋਣ APB ਦਾ ਮੁੱਲ ਕਿੰਨਾ ਹੋਏਗਾ। ਹਾਂਜੀ
लुक एट हेयर की है अपने को ABCD एक समांतर चतुर्भुज है, ABCD एक समांतर चतुर्भुज है। तो ABC ਤੇ D, AP ਅਤੇ BP ਕੋਣ A ਤੇ B ਦੇ ਸਮ ਵਿਭਾਜਿਤ ਕਰਦੇ ਹਨ। A ਕੋਣ ਨੂੰ ਅੱਧਾ ਅੱਧਾ ਵੰਡਤਾ AP ਨੇ, ਠੀਕ ਹੈ ਜੀ, ਤੇ BP ਨੇ B ਕੋਣ ਨੂੰ ਵੰਡਤਾ, ਇਹ ਵੀ ਅੱਧਾ ਅੱਧਾ ਵੰਡਿਆ ਗਿਆ, ਠੀਕ ਹੈ। ਇੱਥੇ P ਹੋ ਗਿਆ ਪੁਆਇੰਟ ਆਪਣੇ ਕੋਲ। ਤਾਂ ਕੋਣ APB ਕਿੰਨਾ ਆਏਗਾ, ਆਪਾਂ ਇਹ ਵਾਲਾ ਕੋਣ ਪਤਾ ਕਰਨਾ, ਠੀਕ ਹੈ। ਕਿਹੜਾ ਕੋਣ, APB ਵਾਲਾ ਕੋਣ, ਠੀਕ। ਤਾਂ ਕਿਸ ਤਰ੍ਹਾਂ ਫਾਈਂਡ ਕਰਾਂਗੇ ਪੁੱਤਰ ਆਪਾਂ ਇਹ, ਹੁਣ ਦੇਖੋ A ਤੇ B ਦੋਨੋਂ ਕੋਣ, A ਵਾਲਾ ਕੋਣ ਤੇ B ਵਾਲਾ ਕੋਣ, ਇਹ ਦੋਨੇ ਕੋਣ ਕਿਹੜੇ ਬਣਦੇ ਆ, ਸਮਾਂਤਰ ਚਤੁਰਭੁਜ ਦੇ ਲਾਗਵੇਂ ਕੋਣ ਬਣਦੇ ਆ, ਐਡਜਸਟੈਂਟ ਐਂਗਲਸ ਬਣਦੇ ਆ, ਔਰ ਦੋਨਾਂ ਦਾ ਜੋੜ ਕਿੰਨਾ ਹੁੰਦਾ, 180 ਡਿਗਰੀ ਹੁੰਦਾ, ਠੀਕ ਹੈ। ਆਪਾਂ ਨੂੰ ਪਤਾ ਕਿ A ਤੇ B ਦਾ ਜੋੜ ਕਿੰਨਾ ਬਣੇਗਾ, ਕੋਣ A ਜਮਾ B ਕਿੰਨਾ ਬਣਦਾ ਹੈ, 180 ਬਣਦਾ। ਪਰੰਤੂ A ਕੋਣ ਵੀ ਅੱਧਾ ਹੋ ਗਿਆ ਤੇ B ਕੋਣ ਵੀ ਅੱਧਾ ਹੋ ਗਿਆ। ਉਹਨੇ ਕਿਹਾ ਨਾ ਸਮ ਵਿਭਾਜਿਤ ਕਰਦਾ, ਇਟ ਮੀਨ ਜਿਹੜਾ ਆਹ ਵਾਲਾ ਕੋਣ ਅੰਦਰਲੇ ਰਹਿ ਗਏ, ਇਹ ਹਾਫ ਰਹਿ ਗਏ, A ਦਾ ਹਾਫ ਰਹਿ ਗਿਆ ਤੇ B ਦਾ ਹਾਫ ਰਹਿ ਗਿਆ। ਤਾਂ ਇਟ ਮੀਨਸ ਦੋਨਾਂ ਦੇ ਹਾਫ ਦਾ ਜੋੜ ਤਾਂ ਹਾਫ ਹੀ ਬਣੂ, ਫਿਰ ਇਹਦਾ ਵੀ ਹਾਫ ਕਰਤਾ ਆਪਾਂ, B ਦਾ ਵੀ ਹਾਫ ਕਰਤਾ ਆਪਾਂ, ਤੇ ਇਹਦਾ ਵੀ ਹਾਫ ਹੋ ਜਾਏਗਾ ਫਿਰ ਇਹ ਜੋੜ ਵੀ। ਇਟ ਮੀਨਸ ਅੰਦਰਲੇ ਦੋਨੋਂ ਹਾਫ ਕੋਣਾ ਜੋੜ ਕਿੰਨਾ ਬਣ ਜਾਏਗਾ, 90 ਰਹਿ ਗਿਆ, 180 ਦਾ 90 ਰਹਿ ਗਿਆ ਨਾ। ਹੁਣ ਧਿਆਨ ਨਾਲ ਦੇਖੋ, ਸਵਾਲ ਤੁਹਾਡਾ ਹੱਲ ਹੋ ਗਿਆ ਵੀ ਇਸ ਅੰਦਰਲੇ ਕੋਣ ਦਾ ਤੇ ਇਸ ਅੰਦਰਲੇ ਕੋਣ ਦਾ ਜੋੜ 90 ਬਣ ਗਿਆ, ਦੋ ਕੋਣਾ ਜੋੜ 90 ਰਹਿ ਗਿਆ, ਤੀਜਾ ਕੋਣ ਕਿੰਨਾ ਹੋਊ ਫਿਰ, ਤੀਜਾ ਕੋਣ ਵੀ ਤਾਂ 90 ਹੀ ਹੋਊਗਾ, ਤਾਂ ਹੀ 180 ਬਣੀ ਜੋੜ, ਠੀਕ ਹੈ। ਇਟ ਮੀਨਸ APB ਕੋਣ ਕਿੰਨਾ ਆ ਜਾਏਗਾ, 90 डिग्री आ जाएगा, ऑप्शन D राइट बन जाएगा, ठीक है, ऑप्शन D 90 डिग्री। 14वां सवाल पुत्र अपने कोल सीगा, जेकर एक बिंदु ऐड़ा तो जो कि चक्कर के केंद्र तो 5 सेंटीमीटर की दूरी पर है, चक्कर की स्पर्श रेखा वाला सवाल बन गया पुत्र अपने को। एक चक्कर है देखो, ठीक है, चक्कर का केंद्र है, एक बिंदु है बाहर जो चक्कर के केंद्र तो 5 सेंटीमीटर दूर है। देखो सवाल ध्यान नाल तुहानूं बहुत सौखा सवाल है, एक बार फिगर आउट कर लोगे तो पाइथागोरस का सवाल बन जाना है। नाल दियां लिखिया हुण उस चक्कर ते खिंची गई स्पर्श रेखा की लंबाई 4 है, इस पॉइंट तो आपां ने एक स्पर्श रेखा खिंची तो ये कितनी बन गई, 4 सेंटीमीटर अपने को। पुछया उन्हें की है चक्कर का अर्ध व्यास, चक्कर का अर्ध व्यास की है, केंद्र तो चक्कर तक छूंदी हुई लाइन अर्ध व्यास होंगी है, इट मीनस ये कितना है, तुहानूं पता करने क्या गया उन्हें। दैन वट इज़ दिस, आ लाइन कितनी आएगी, ठीक है, अपने को अर्ध व्यास O तो लैके A तक बन गया, ठीक है। तो ये कितना होएगा, देखो एक क्योंकि फार्मूला होंदा कि जिहड़ी स्पर्श रेखा होंदी आ वो चक्कर दे अर्ध व्यास ते की बन जाती, इत्थे लंब बन जाती है। तो समकोणी त्रिकोण बन गई एक अपने कोल। समकोणी त्रिकोण विच पाइथागोरस तिकड़ियां तुसीं कितनियां पढ़ियां हैगियां, तो 4 ते 5 नाल किहड़ी तिकड़ी बनदी हुंदी अपने कोले, 3 4 ते 5 दी। हुण तुहानूं ये याद करनियां पैणीਆਂ डायरैक्ट, ठीक है, सवाल ते घੱਟ ਸਮਾਂ लगेगा तुहानूं जिहड़ा हैगा ये हर वारी पाइथागोरस लाउण नालों तुहानूं ये तिकड़ियां याद कर लो, ठीक है। 3 4 5 6 8 10 9 12 15 एंड सो ऑन, ठीक है, होर बहुत सारियां हैगियां। तो तुसीं होर भी एक तिकड़ी थोड़े दिमाग विच है, तुसीं मैनूं कमेंट बॉक्स करके दसो, ठीक है। तो राइट ऑप्शन की बन गया अपने कोले 3, ऑप्शन A, ठीक। नैक्सट सवाल नंबर 15, ਇਹਦੇ ਨਾਲ सवाल ਆਪਾਂ ਨੂੰ ਲਾਸਟ ਟੈਸਟ ਵਿੱਚ ਵੀ ਮਿਲਿਆ ਸੀਗਾ, बस थोड़ी सवाल की रकम बदलती और तुसीं घबराना नहीं हैगा। फार्मूला वही है 9th क्लास ਦੇ ਵਿੱਚ फार्मूला तुसीं पढ़ते हैं। फार्मूला की होंदा अपने कोले AQ + BQ + CQ वाला फार्मूला पढ़िया ना आपां, उस लिखा होंदा फार्मूला की होंदा हैगा, जेकर A + B + C बराबर 0 होवे, तिन्हां रकमां दा जोड़ 0 होवे तां A दा क्यूब + B दा क्यूब + C दा क्यूब काहदे बराबर होंदा हैगा, ये 3ABC आ वाला फार्मूला होंदा, ठीक है, जे 0 होवे तां। हुण इत्थे उही दा लिखिया उहने, इत्थे लिखता उहने कहंदा A दा 1/3, B दी पावर 1/3, C दी पावर 1/3 = 0 है, मतलब सारे नूं आपां A मान लईए, सारा A हैगा, ठीक है, सारा B हैगा, सारा C हैगा, तां 0 होवे तां आ वाला फार्मूला लगेगा अपने कोले, ठीक है, = 3ABC बनना सी ये। तां इहदे हिसाब नाल आपां देखीए की फार्मूला बनदा भी अपने कोल, हाँ जी।